केंद्रीय गृह मंत्री अमित शाह ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਟੇ ਦੀ ਮੌਤ ਦਾ ਮੰਗਿਆ ਇਨਸਾਫ ਕਤਲ ਕੇਸ ਦੀ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਅਮਿਤ ਸ਼ਾਹ ਨੇ ਦਿੱਤਾ ਇਨਸਾਫ ਦਾ ਭਰੋਸਾ ਮੂਸੇਵਾਲਾ ਦੇ ਪਿਤਾ ਨੇ ਕੀਤੀ ਭਾਵੁਕ ਅਪੀਲ ਕਿਹਾ ਮੇਰੇ ਸੰਗਰੂਰ ਜ਼ਿਮਨੀ ਚੋਣ ਲੜਨ ਦੀਆਂ ਖਬਰਾਂ ਸਹੀ ਨਹੀਂ ਅਜੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਮੈਂ ਬਹੁਤਾ ਕੁਝ ਕਹਿਣ ਦੀ ਹਾਲਤ ਦੇ ਵਿੱਚ ਵੀ ਨਹੀਂ पंजाब कांग्रेस ਨੂੰ ਲੱਗਿਆ ਵੱਡਾ ਝਟਕਾ ਬਲਬੀਰ ਸਿੱਧੂ ਵੇਰਕਾ ਸਣੇ 4 ਸਾਬਕਾ ਮੰਤਰੀ ਬੀਜੇਪੀ 'ਚ ਸ਼ਾਮਿਲ ਅਕਾਲੀ ਦਲ ਦੇ ਸਾਬਕਾ ਲੀਡਰ ਸਰੂਪਚੰਦ ਸਿੰਗਲਾ ਤੇ ਮਹਿੰਦਰ ਕੌਰ ਜੋਸ਼ ਵੀ ਗਏ ਬੀਜੇਪੀ 'ਚ ਕਿਹਾ ਪੰਜਾਬ ਤੇ ਦੇਸ਼ ਨੂੰ ਮੋਦੀ ਦੀ ਲੀਡਰਸ਼ਿਪ ਦੀ ਜ਼ਰੂਰਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਭਰੀ ਨਾਮਜ਼ਦਗੀ ਨਾਲ ਪਹੁੰਚੇ ਸੀਐਮ ਮਾਨ ਨੇ ਕੀਤਾ ਜਿੱਤ ਦਾ ਦਾਅਵਾ ਸਿਮਰਨਜੀਤ ਸਿੰਘ ਮਾਨ ਨੇ ਵੀ ਭਰੇ ਪਰਚਾ ਅਕਾਲੀ ਦਲ ਨੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਬਣਾਇਆ ਉਮੀਦਵਾਰ ਕੱਲੂਕਾਰੇ ਦਿਹਾੜੇ ਮੌਕੇ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਸ਼ਹਿਰ ਦੇ ਵਿੱਚ ਕੱਢਿਆ ਗਿਆ ਫਲੈਗ ਮਾਰਚ 6 ਜੂਨ ਨੂੰ ਹੈ ਸਾਕਾ ਨੀਲਾ ਤਾਰਾ ਦੀ ਬਰਸੀ सत श्री अकाल स्वागत है गौरव शुक्ला मैं हाँ तुहाडे नाल हाज़र हाँ फर्क तां पैंदा है लैके फर्क तां पैंदा दी शुरुआत अज करन जा रहे हैं सब तो पहला गल बलवंत सिंह राजोआणा दी पटियाला जेल दे विच बंद बलवंत सिंह राजोआणा दी भैन कमलदीप कौर संगरूर जिमनी चोण लड़नगे सवेरे अकाली दल दे नुमाइंदियां ने राजोआणा दी भैन दे नाल मुलाकात कीती सी फिर राजोआणा दी भैन ने राजोआणा नाल जेल दे विच मुलाकात कीती ते संगरूर चोण लड़न दा ऐलान कर दिता मुलाकात तो बाद राजोआणा दी भैन ने कहा कि अकाली दल के टिकट से चोण लड़न नूं तैयार ने ते सांझे उम्मीदवार दे वजों चोण लड़नगे बहुत ही सत्कारयोग साडे आगू आए ते उन्हां दा सुनेहा असीं वीर जी नूं दित्ता तां वीर जी ने सानूं इह कहा कि जेकर सारियां सिख जथेबंदियां तो सानूं उम्मीदवार ऐलानिया जांदागा तां असीं मतलब कि चोणां 'च खड़े होण लई चोणां लड़न दे लई तैयार राजोआणा दी भैन ने पटियाला जेल दे विच राजोआणा नाल मुलाकात कीती अकाली दल ने भी फिर कमलदीप कौर दे फैसले दा स्वागत कीता ਅਤੇ ਕਮਲਦੀਪ ਕੌਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੰਗਰੂਰ ਦੀ ਜਿਹੜੀ ਜਿਮਨੀ ਚੋਣ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਬੀਬਾ ਕਮਲਦੀਪ ਕੌਰ ਰਾਜੋਆਣਾ ਨੂੰ ਕੈਂਡੀਡੇਟ ਜਿਹੜਾ ਉਹ ਐਲਾਨ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਤਕੜੀ ਚੋਣ ਨਿਸ਼ਾਨ ਦੇ ਉੱਤੇ ਆਪਣੀ ਚੋਣ ਲੜਨਗੇ ਤਾਂ ਅਕਾਲੀ ਦਲ ਦੇ ਵੱਲੋਂ ਕਮਲਦੀਪ ਕੌਰ ਜ਼ਿਮਨੀ ਚੋਣ ਸੰਗਰੂਰ ਦੀ ਲੋਕ ਸਭਾ ਸੀਟ ਦੇ ਲਈ ਉਮੀਦਵਾਰ ਹੋਣਗੇ उधर एक पासे बंदी सिंघा दे परिवारक मैंबर नूं उम्मीदवार बनाउण दी गल हो रही सी कि सिमरनजीत सिंह मान ने भी अपने नामजदगी दे पर्चे नूं दाखिल कर दिता शुक्रवार नूं अकाली दल दे प्रधान ते एसजीपीसी प्रधान ते होर पंथक जथेबंदियां सिमरनजीत सिंह मान दे घर पहुंचियां सन ते सांझे तौर ते गल करन दी गल होई पर सिमरनजीत सिंह मान ने अपने कागज संगरूर जिमनी चोण दे लई भर दित्ते ने खेतीबाड़ी सैक्टर दे लई खेत मजदूर ਦੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਸਾਰੀਆਂ ਆਵਾਜ਼ਾਂ ਪਾਰਲੀਮੈਂਟ ਦੇ ਵਿੱਚ ਗੂੰਜੀਆਂ ਜਾਣ ਅਕਾਲੀ ਦਲ ਨੇ ਰਾਜੋਆਣਾ ਦੀ ਭੈਣ ਨੂੰ ਟਿਕਟ ਦਿੱਤੀ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਸ਼ੁੱਕਰਵਾਰ ਰਾਤ ਨੂੰ ਅਕਾਲੀ ਦਲ ਪ੍ਰਧਾਨ ਤੇ ਬਾਕੀਆਂ ਨੂੰ ਪੁੱਛੇ ਸਵਾਲ ਦਾ ਜ਼ਿਕਰ ਕੀਤਾ ਦੇਖੋ ਤੁਸੀਂ ਪ੍ਰਧਾਨ ਹੋ ਆਪਣੀ ਅਕਾਲੀ ਦਲ ਦੇ ਤੁਸੀਂ ਕਿਸੇ ਬੰਦੀ ਸਿੰਘ ਨੂੰ ਬਣਾ ਦਿਓ ਪ੍ਰਧਾਨ ਤੇ ਐਸਜੀਪੀਸੀ ਦੇ ਪ੍ਰਧਾਨ ਆਏ ਸੀਗੇ ਉਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਆਪਣੀ ਗੱਦੀ ਛੱਡੋ ਤੇ ਬੰਦੀ ਸਿੰਘ ਨੂੰ ਬਣਾ ਦਿਓ ਤਾਂ ਸਹਿਮਤੀ ਤਾਂ ਨਹੀਂ ਬਣ ਸਕੀ ਪਰ ਜਦੋਂ ਦਿੱਗਜ ਆਗੂਆਂ ਦੇ ਵਿਚਾਲੇ ਮੁਲਾਕਾਤ ਹੋਵੇ ਔਰ ਲੱਗੇ ਕਿ ਹਾਂ ਗੱਲ ਬਣ ਜਾਏਗੀ ਨਾ ਬਣੇ ਫਿਰ ਫਰਕ ਤਾਂ ਪੈਂਦਾ ਹੈ ਉਹਦਾ ਸੰਗਰੂਰ ਜ਼ਿਮਨੀ ਚੋਣ ਦੇ ਲਈ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੇ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਹੈ ਤੇ ਇਸ ਮੌਕੇ ਤੇ ਗੁਰਮੇਲ ਸਿੰਘ ਦੇ ਨਾਲ ਸੀਐਮ ਭਗਵੰਤ ਮਾਨ ਵੀ ਸ਼ਾਮਲ ਸਨ ਤੇ ਖੁਦ ਸੀਐਮ ਨੇ ਨਾਮਜ਼ਦਗੀ ਭਰਵਾਈ ਤੇ ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਗੁਰਮੇਲ ਸਿੰਘ ਲੋਕਾਂ ਦੇ ਭਰੋਸੇ ਦੇ ਉੱਤੇ ਖਰੇ ਉਤਰਨਗੇ ਜ਼ਰੂਰ ਲੋਕ ਸਭਾ ਦੀ ਜਿਮਨੀ ਚੋਣ 23 ਤਰੀਕ ਨੂੰ ਆ ਰਹੀ ਹੈ ਸਾਡੀ ਪਾਰਟੀ ਵੱਲੋਂ ਇਸ ਵਾਰ ਇੱਕ ਨੌਜਵਾਨ ਵਲੰਟੀਅਰ ਗੁਰਮੇਲ ਸਿੰਘ ਉਹ ਨਾਮਜ਼ਦ ਕੀਤੇ ਗਏ ਨੇ ਅੱਜ ਉਹਨਾਂ ਦੀ ਨੋਮੀਨੇਸ਼ਨ ਫਾਈਲ ਹੋਈ ਹੈ ਦੱਸ ਦਈਏ ਕਿ ਸੀਐਮ ਮਾਨ ਦੇ ਅਸਤੀਫੇ ਤੋਂ ਬਾਅਦ ਸੰਗਰੂਰ ਦੀ ਸੀਟ ਖਾਲੀ ਹੋਈ ਹੈ ਗੁਰਮੇਲ ਸਿੰਘ ਘਰਾਚੋ ਪਿੰਡ ਦੇ ਸਰਪੰਚ ਨੇ 2013 ਦੇ ਵਿੱਚ ਗੁਰਮੇਲ ਸਿੰਘ ਪਾਰਟੀ 'ਚ ਸ਼ਾਮਲ ਹੋਏ ਸਨ ਤੇ ਸਰਕਲ ਇੰਚਾਰਜ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਸੀ
ਸੋਮਵਾਰ ਨੂੰ ਆਖਰੀ ਦਿਨ ਹੋਵੇਗਾ ਨੋਮੀਨੇਸ਼ਨ ਫਾਈਲ ਕਰਨ ਦਾ ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਸੰਗਰੂਰ ਲੋਕ ਸਭਾ ਜਿਹੜੀਆਂ ਸੀਟਾਂ ਨੇ ਉਸ ਦੇ ਵਿੱਚ ਜਿਹੜੇ ਵਿਧਾਨ ਸਭਾ ਹਲਕੇ ਆਉਂਦੇ ਨੇ ਉੱਥੇ ਵੋਟਾਂ ਪੈਣਗੀਆਂ। 26 ਤਰੀਕ ਨੂੰ ਨਤੀਜੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਐਲਾਨੇ ਜਾਣਗੇ। ਉਧਰ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਦੇ ਲਈ ਇੱਕ ਵੱਡਾ ਝਟਕੇ ਵਾਲਾ ਦਿਨ ਇਹ ਸਾਬਿਤ ਹੋਇਆ। ਕੈਪਟਨ ਦੀ ਵਜ਼ਾਰਤ ਦਾ ਸੁੱਖ ਭੋਗਣ ਵਾਲੇ ਤੇ ਹੋਰ ਆਗੂਆਂ ਨੇ ਕਾਂਗਰਸ ਦਾ ਹੱਥ ਛੱਡ ਕੇ ਬੀਜੇਪੀ ਦਾ ਕਮਲ ਫੜ ਲਿਆ। ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚੇ ਤਾਂ ਕਾਂਗਰਸ ਦੇ ਵੱਡੇ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ, ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਤੇ ਗੁਰਪ੍ਰੀਤ ਕਾਂਗੜ ਮੌਜੂਦ ਰਹੇ। कांग्रेस पार्टी के नेतृत्व में कांग्रेस नहीं बल्कि पूरा देश ही कमज़ोर हो गया है। गुंडा तंत्र से हमें बचा सकता है तो वो एक ही नाम नज़र आता है, वो है अमित शाह जी और नरेंद्र भाई मोदी जी का। ਇਸ ਤੋਂ ਇਲਾਵਾ ਕੈਪਟਨ ਦੇ ਕਰੀਬੀ ਕੇਵਲ ਸਿੰਘ ਢਿੱਲੋਂ ਉਹਨੇ ਬੀਜੇਪੀ ਦਾ ਪੱਲਾ ਫੜਿਆ। ਬਸ ਇੰਨਾ ਹੀ ਨਹੀਂ, ਬਲਬੀਰ ਸਿੱਧੂ ਦੇ ਭਰਾ ਤੇ ਮੋਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਬੀਜੇਪੀ 'ਚ ਸ਼ਾਮਲ ਹੋ ਗਏ। ਅਕਾਲੀ ਆਗੂ ਸਰੂਪਚੰਦ ਸਿੰਗਲਾ ਨੇ ਵੀ ਅਕਾਲੀ ਦਲ ਦੀ ਤਕੜੀ ਛੱਡ ਦਿੱਤੀ ਸੀ ਤੇ ਹੁਣ ਕਮਲ ਨੂੰ ਚੁਣ ਲਿਆ ਹੈ। भारतीय जनता पार्टी का पुराना ट्रैक रिकॉर्ड है। हम चाहते हैं कि पंजाब में भी शांति हो और प्रोग्रेस हो, फार्मर्स के लिए, हमें यूथ के लिए इंडस्ट्री आए, अनएम्प्लॉयड भाई हमारा यूथ बाहर क्यों जाए, यहाँ पे रहे। ਉਧਰ ਕਾਂਗਰਸ ਨੂੰ ਝਟਕਾ ਲੱਗਿਆ ਤਾਂ ਪੀਪੀਸੀਸੀ ਪ੍ਰਧਾਨ ਨੇ ਇਸ ਨੂੰ ਚੰਗਾ ਦੱਸਿਆ ਤੇ ਕਿਹਾ ਕਿ ਨਵੇਂ ਲੋਕਾਂ ਦੇ ਲਈ ਰਾਹ ਖੁੱਲ ਗਏ ਨੇ। मूसेवाला के परिवार को कंसेंसस का एक कैंडिडेट होना चाहिए, सबका कैंडिडेट इकट्ठा, और हमने उसको इंडोर्स किया है कि अगर ऐसा होता है तो एक नया संदेश, एक नया स्नेहा जाऊगा पंजाब में। ਖੈਰ ਇੱਕੋ ਦਿਨ ਦੇ ਵਿੱਚ 4 ਸਾਬਕਾ ਮੰਤਰੀ ਛੱਡ ਕੇ ਪਾਰਟੀ ਨੂੰ ਚਲੇ ਜਾਣ। ਪਾਰਟੀ ਦਾਅਵਾ ਕੁਝ ਵੀ ਕਰੇ, ਪਾਰਟੀ ਦੇ ਪ੍ਰਧਾਨ ਕੁਝ ਵੀ ਦਾਅਵਾ ਕਰਨ, ਪਰ ਫਰਕ ਤਾਂ ਪੈਂਦਾ ਹੈ। ਉਧਰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਘਰਵਾਲੀ ਨੇ ਘਰਵਾਲੀ ਦਾ ਕਤਲ ਕਰ ਦਿੱਤਾ। ਬੈੱਡ ਤੇ ਮਹਿਜ਼ 4 ਦਿਨ ਦਾ ਬੱਚਾ ਤੇ ਬੈੱਡ ਦੇ ਥੱਲੇ ਉਸਦੇ ਪਿਤਾ ਉਸਦੀ ਮਾਂ ਦਾ ਗਲਾ ਘੁੱਟ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੇਰਹਿਮੀ ਦੇ ਨਾਲ ਉਸ ਨੂੰ ਦਬ ਰਿਹਾ ਹੈ ਤੇ ਫਿਰ ਮੁਲਜ਼ਮ ਉੱਠਦਾ ਹੈ, ਆਪਣਾ ਮੂੰਹ ਢੱਕਦਾ ਹੈ ਤੇ ਫਿਰ ਦੂਜੀ ਵਾਰ ਸਿਰਹਾਣਾ ਚੁੱਕਦਾ ਹੈ ਤੇ ਸਿਰਹਾਣੇ ਨਾਲ ਆਪਣੀ ਪਤਨੀ ਦਾ ਮੂੰਹ ਦੱਬ ਦਿੰਦਾ ਹੈ। ਉਸ ਦੌਰਾਨ ਇੱਕ ਛੋਟਾ ਬੱਚਾ ਵੀ ਇਹ ਸਭ ਕੁਝ ਦੇਖ ਰਿਹਾ ਸੀ। एक पेशेंट ਸੀ ਬਲਵਿੰਦਰ ਕੌਰ, ਵਾਈਫ ਆਫ ਮਨਜੀਤ ਸਿੰਘ। ਉਹਨਾਂ ਦੇ ਆਪਸ ਕੋਈ ਲੜਾਈ ਹੋਈ ਹੈ ਹਸਬੈਂਡ ਵਾਈਫ ਦੀ। ਮੈਂ ਜਦੋਂ ਇੱਥੇ ਪਤਾ ਕੀਤਾ ਆ ਕੇ ਤਾਂ ਉਹ ਤਦ ਤੱਕ ਪੇਸ਼ੈਂਟ ਦੀ ਗਲਾ ਘੋਟ ਕੇ ਮਾਰ ਚੁੱਕਾ ਹੈ। ਹਸਪਤਾਲ ਦੇ ਸਟਾਫ ਦੇ ਵੱਲੋਂ ਇਸ ਘਟਨਾ ਦੀ ਵੀਡੀਓ ਬਣਾਈ ਗਈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਫੜ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ, ਇਸ ਕਰਕੇ ਇਸਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਹਸਬੈਂਡ ਮਨਜੀਤ ਸਿੰਘ ਨੇ ਉਹਦਾ ਸਾਹ ਘੁੱਟ ਕੇ ਸਿਰਹਾਣੇ ਦੇ ਨਾਲ ਦੀ ਡੈਥ ਕਰ ਦਿੱਤੀ। ਹਾਂ ਫਿਲਹਾਲ ਪੁੱਛਗਿੱਛ ਕਰ ਰਹੇ ਹਾਂ ਜੀ, ਉਹ ਤੋਂ ਮਾਮਲਾ ਦਰਜ ਕਰਦੇ ਹਾਂ ਜੀ, ਉਹਦੇ ਘਰ ਦੇ ਵਾਰਸ ਹੋਣਗੇ ਫਿਰ ਮਾਮਲਾ ਦਰਜ ਕਰਦੇ ਹਾਂ। ਤਾਂ ਬਹੁਤ ਹੀ ਬੇਰਹਿਮੀ ਦੇ ਨਾਲ ਆਪਣੀ ਪਤਨੀ ਦਾ ਕਤਲ ਇਸ ਸ਼ਖਸ ਦੇ ਵੱਲੋਂ ਕਰ ਦਿੱਤਾ ਗਿਆ। ਪਰ ਜਦੋਂ ਸ਼ੱਕ ਦੇ ਆਧਾਰ ਦੇ ਉੱਤੇ ਇਸ ਤਰੀਕੇ ਦੇ ਕਦਮ ਚੁੱਕੇ ਜਾਣ, ਪਰਿਵਾਰ ਦਾ ਕਲੇਸ਼ ਕਿਸੇ ਦੀ ਮੌਤ ਤੱਕ ਪਹੁੰਚ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਹਦੇ ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ। ਕੂਲਰ, ਫ੍ਰਿਜ, ਸਿਲੰਡਰ ਤੇ ਹੋਰ ਸਮਾਨ ਲੈ ਕੇ ਕਿਸਾਨ ਪਹੁੰਚ ਗਏ ਡੀਸੀ ਦਫ਼ਤਰ ਦੇ ਬਾਹਰ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਨੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਾ ਮਿਲਣ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਮੋਰਚਾ ਖਤਮ ਨਹੀਂ ਹੋਵੇਗਾ। ਇਹ ਸਾਡਾ ਮੁਆਵਜ਼ਾ ਸੀਗਾ 19-20 ਤੇ 20-21 ਦਾ। ਇਹਦੇ ਨਾਲ ਇੱਕ ਸਾਡਾ ਫਾਟਕ ਵੀ ਜਿਹੜਾ ਉਹ ਸਰਕਾਰ ਬੰਦ ਕਰ ਰਹੀ ਹੈ, ਘੇਰੇ ਖੇੜੇ ਦਾ, ਉਹ ਵੀ ਮਸਲਾ ਸਾਡਾ ਜਿਹੜਾ ਉਹ ਨਾਲ ਇਹਦੇ ਜੁੜ ਗਿਆ। ਕਿਸਾਨਾਂ ਨੇ ਸਰਕਾਰ ਤੇ ਵੀ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਕਿਸਾਨਾਂ ਦੇ ਨਾਲ ਭੇਦਭਾਵ ਕੀਤਾ ਹੈ। ਮੁਕਤਸਰ ਦੇ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ, ਪਰ ਫਾਜ਼ਿਲਕਾ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਉਹ ਇਹਨਾਂ ਨੇ ਜੀ ਕਾਣੀ ਵੰਡ ਕਰੀ ਹੈ। ਮੁਕਤਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਪੈਸੇ ਪਾਤੇ, ਜਿਹੜੇ ਡੋਬੇ ਨਾਲ ਜਿਹੜੀ ਫਸਲ ਖਰਾਬ ਹੋਈ ਹੈ। ਕਿਸਾਨ ਕਹਿ ਰਹੇ ਨੇ ਕਿ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਪ੍ਰਦਰਸ਼ਨ ਕਰ ਚੁੱਕੇ ਹਾਂ, ਪਰ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ ਤੇ ਹੁਣ ਧਰਨਾ ਅਣਮਿੱਥੇ ਸਮੇਂ ਲਈ ਹੈ ਤੇ ਮੁਆਵਜ਼ਾ ਲੈ ਕੇ ਹੀ ਧਰਨਾ ਖਤਮ ਕਰਾਂਗੇ। ਪਰ ਸਵਾਲ ਤਾਂ ਜ਼ਰੂਰ ਹੈ ਕਿ ਜੇ ਮੁਕਤਸਰ ਦੇ ਕਿਸਾਨਾਂ ਨੂੰ ਮੁਆਵਜ਼ਾ ਮਿਲ ਗਿਆ ਤਾਂ ਫਾਜ਼ਿਲਕਾ ਵਾਲਿਆਂ ਨੂੰ ਕਿਉਂ ਨਹੀਂ ਮਿਲਿਆ? ਕਿੱਥੇ ਫਾਈਲ ਰੁਕੀ ਹੋਈ ਹੈ? ਜਦੋਂ ਕਿਸਾਨਾਂ ਤੱਕ ਉਹਨਾਂ ਦਾ ਬਣਦਾ ਹੱਕ ਨਾ ਪਹੁੰਚੇ, ਫਿਰ ਫਰਕ ਤਾਂ ਪੈਂਦਾ ਹੈ। ਇੱਕ ਪਾਸੇ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲ ਰਹੇ ਨੇ ਤਾਂ ਉਧਰ ਜੇਲ੍ਹ ਮੰਤਰੀ ਨੇ ਖੁਦ ਜੇਲ੍ਹਾਂ ਦੇ ਵਿੱਚ ਜਾ ਕੇ ਜਾਇਜ਼ਾ ਲਿਆ। ਗੱਲਬਾਤ ਉੱਥੇ ਬੰਦ ਗੈਂਗਸਟਰਾਂ ਨਾਲ ਵੀ ਕੀਤੀ
ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜੇਲ੍ਹਾਂ ਦੀ ਅਚਨਚੇਤ ਚੈਕਿੰਗ ਕੀਤੀ। ਜੇਲ੍ਹਾਂ 'ਚ ਬੈਠੇ ਜੋ ਗੈਂਗਸਟਰ ਨੈਟਵਰਕ ਚਲਾ ਰਹੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕਹੀ। ਜੇਲ੍ਹਾਂ ਨੂੰ ਸੁਧਾਰ ਕਰ ਬਣਾ ਦਿੱਤਾ ਜਾਵੇਗਾ। ਨਾਲ ਕਿ ਉਹਨਾਂ ਨੇ ਬਠਿੰਡਾ ਜੇਲ੍ਹ ਪਹੁੰਚੇ ਤਾਂ ਗੈਂਗਸਟਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਅਤੇ ਕਿਹਾ ਕਿ ਉਹ ਹੁਣ ਸੁਧਰਨਾ ਚਾਹੁੰਦੇ ਨੇ ਤੇ ਆਮ ਲੋਕਾਂ ਵਾਂਗ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ। ਪੰਜਾਬ ਦੀ ਸਾਰੀ ਜੇਲ੍ਹਾਂ ਦਾ ਦੌਰੇ ਦਿੱਤੇ ਆ ਜੀ ਤੇ ਇੱਥੇ ਆਪ ਆ ਕੇ ਕਾਫੀ ਘੰਟੇ ਬਤੀਤ ਕੀਤੇ। ਹਾਈ ਸਿਕਿਉਰਿਟੀ ਸੈਲਸ ਤੇ ਸਭ ਦੀ ਪਰਸਨਲੀ ਚੈਕਿੰਗ ਕੀਤੀ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬਠਿੰਡੇ ਦੀ ਜੇਲ੍ਹ ਅਸੀਂ ਬਹੁਤ ਜਲਦ ਅਸੀਂ ਮੋਬਾਈਲ ਫ੍ਰੀ ਤੇ ਡਰੱਗ ਫ੍ਰੀ ਅਨਾਉਂਸ ਕਰ ਦਾਂਗੇ। ਇਸ ਤੋਂ ਬਾਅਦ ਫਰੀਦਕੋਟ ਤੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਵੀ ਜੇਲ੍ਹ ਮੰਤਰੀ ਪਹੁੰਚੇ। ਉੱਥੇ ਦੀ ਜੇਲ੍ਹਾਂ ਦੀ ਵੀ ਉਹਨਾਂ ਨੇ ਚੈਕਿੰਗ ਕੀਤੀ। 6 ਮਹੀਨੇ 'ਚ ਪੰਜਾਬ ਦੀ ਜੇਲ੍ਹਾਂ ਨੂੰ ਮੋਬਾਈਲ ਫ੍ਰੀ ਕਰਾਂਗੇ। ਮੈਂ ਉਹਨਾਂ ਨੂੰ ਪਰਸਨਲੀ ਗੱਲ ਕੀਤੀ ਕਿ ਵੀ ਤੁਸੀਂ ਆਪਣੀ ਜਵਾਨੀ ਕਿਉਂ ਗਾਲ ਰਹੇ ਹੋ ਇੱਧਰ। ਉਹ ਸੁਧਰਨਾ ਚਾਹੁੰਦੇ ਤੇ ਜਿਹੜੇ ਗੈਂਗਸਟਰ ਸੁਧਰਨਾ ਚਾਹੁੰਦੇ ਉਹਨਾਂ ਨੂੰ ਸੁਧਾਰਾਂਗੇ ਵੀ। ਮੁੱਖ ਮੰਤਰੀ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਵਾਅਦਾ ਕੀਤਾ ਸੀ। ਹੁਣ ਜੇਲ੍ਹ ਮੰਤਰੀ ਕਹਿ ਰਹੇ ਨੇ ਕਿ ਉਹ ਵਾਅਦਾ ਜਲਦ ਪੂਰਾ ਹੋਵੇਗਾ। ਖੈਰ ਇਹ ਤਾਂ ਬਹੁਤ ਸੁਣਿਆ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਆਉਣਗੇ, ਪਰ ਜੇਕਰ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਸੁਧਰ ਕੇ ਬਾਹਰ ਆਉਣ ਫਿਰ ਫਰਕ ਤਾਂ ਪੈਂਦਾ ਹੈ। ਉਹਦਾ ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਸੀ, ਸਗੋਂ ਸਿੱਧੂ ਆਪਣੇ ਗਾਣਿਆਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਫੈਨਸ ਬਣਾ ਚੁੱਕੇ ਸਨ। ਤੇ ਪੰਜਾਬ ਦੇ ਨਾਲ-ਨਾਲ ਬਾਹਰਲੇ ਮੁਲਕ ਦੇ ਵਿੱਚ ਵੀ ਸਿੱਧੂ ਦੇ ਚਾਹਣ ਵਾਲੇ ਸਦਮੇ ਵਿੱਚ ਨੇ। ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬॉय ਲਾਈਵ ਸ਼ੋਅ ਲਗਾ ਰਹੇ ਸਨ ਤੇ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਬਰਨਾ ਬॉय ਨੇ ਲਾਈਵ ਸਟੇਜ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਸਟਾਈਲ ਵੀ ਦਿਖਾਇਆ। ਸਿੱਧੂ ਵਾਂਗ ਹੀ ਥਾਪੀ ਮਾਰੀ ਤੇ ਫਿਰ ਅਸਮਾਨ ਵੱਲ ਨੂੰ ਉਂਗਲ ਕਰਕੇ ਸਿੱਧੂ ਨੂੰ ਯਾਦ ਕੀਤਾ। ਸਿੱਧੂ ਤੇ ਬਰਨਾ ਬॉय ਮਿਕਸ ਟੇਪ ਦੇ ਵਿੱਚ ਕਲੈਬ ਕਰ ਰਹੇ ਸਨ, ਪਰ ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਇਹ ਸੁਪਨਾ ਅਧੂਰਾ ਰਹਿ ਗਿਆ। ਹੁਣ ਤੁਸੀਂ ਫੈਨ ਫੋਲੋਇੰਗ ਕਹੋ ਜਾਂ ਕਹੋ ਦਰਦ, ਕਿ ਸਿਰਫ ਪੰਜਾਬੀਆਂ ਤੱਕ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੂੰ ਹੋਇਆ ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਦਾ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਮੁਲਾਕਾਤ ਕੀਤੀ ਤੇ ਪਰਿਵਾਰ ਦੇ ਸਾਹਮਣੇ ਇਨਸਾਫ ਦੀ ਮੰਗ ਰੱਖੀ ਗਈ। ਪਰਿਵਾਰ ਨੇ ਸਾਹਮਣੇ ਰੱਖੀ ਅਮਿਤ ਸ਼ਾਹ ਦੇ ਮੰਗ ਕਿ ਇਨਸਾਫ ਦਿਵਾਇਆ ਜਾਏ। ਤੇ ਮੂਸੇਵਾਲਾ ਦੇ ਮਾਤਾ-ਪਿਤਾ ਨੇ ਭਾਵੁਕ ਮਨ ਦੇ ਨਾਲ ਅਮਿਤ ਸ਼ਾਹ ਨੂੰ ਆਪਣਾ ਦੁੱਖ ਦੱਸਿਆ ਤੇ ਕੇਂਦਰੀ ਏਜੰਸੀਆਂ ਦੇ ਜ਼ਰੀਏ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਗ੍ਰਹਿ ਮੰਤਰੀ ਨੇ ਵੀ ਮੂਸੇਵਾਲਾ ਦੇ ਪਿਤਾ ਦੀ ਗੱਲ ਧਿਆਨ ਨਾਲ ਸੁਣੀ ਤੇ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਚੰਡੀਗੜ੍ਹ 에ਅਰਪੋਰਟ ਤੇ ਮੁਲਾਕਾਤ ਹੋਈ ਤੇ ਇਸ ਮੌਕੇ ਕਿਰਨ ਖੇਰ ਅਤੇ ਗਜੇਂਦਰ ਸ਼ੇਖਾਵਤ ਮੌਜੂਦ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣ ਲੜਾਉਣ ਦੀ ਵੀ ਚਰਚਾ ਸੀ ਤੇ ਨਿਰਵਿਰੋਧ ਚੁਣੇ ਜਾਣ ਦੀ ਮੰਗ ਉੱਠ ਰਹੀ ਸੀ, ਪਰ ਪਿਤਾ ਬਲਕੌਰ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਦਾ ਚੋਣ ਲੜਨ ਦਾ ਕੋਈ ਮਨ ਨਹੀਂ। ਮੈਂ ਜੋ ਸੋਸ਼ਲ ਮੀਡੀਆ ਤੇ ਦੇਖ ਕੇ ਮੇਰਾ ਮਨ ਵੀ ਬਹੁਤ ਦੁਖੀ ਹੁੰਦਾ ਹੈ। ਤਰ੍ਹਾਂ ਦੀਆਂ ਗੱਲਾਂ ਜੋ ਚੱਲ ਰਹੀਆਂ ਨੇ ਇਹਨਾਂ ਤੇ ਯਕੀਨ ਨਾ ਕਰੋ। ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ। ਮੇਰਾ ਕਿਸੇ ਇਲੈਕਸ਼ਨ ਦਾ ਕੋਈ ਮਨ ਨਹੀਂ ਹੈ। ਦਰਅਸਲ ਪ੍ਰਸਿੱਧ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਸਿੱਧੂ ਦੇ ਪਿਤਾ ਨੂੰ ਨਿਰਵਿਰੋਧ ਚੁਣ ਕੇ ਲੋਕ ਸਭਾ ਭੇਜੇ ਜਾਣ ਦੀ ਮੰਗ ਕੀਤੀ ਸੀ, ਜਿਸ ਦਾ ਸਮਰਥਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਰ ਚੁੱਕੇ ਸਨ। ਤਾਂ ਪਰਿਵਾਰ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਉਹ ਸੰਗਰੂਰ ਦੀ ਜ਼ਿਮਨੀ ਚੋਣ ਨਹੀਂ ਲੜ ਰਹੇ ਨੇ। ਉਧਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ 2 ਮੁਲਜ਼ਮਾਂ ਦੀ ਸ਼ਨਾਖਤ ਹੋ ਚੁੱਕੀ ਹੈ। ਦੋਵੇਂ ਹੀ ਸੋਨੀਪਤ ਦੇ ਰਹਿਣ ਵਾਲੇ ਦੱਸੇ ਜਾ ਰਹੇ। ਮੂਸੇਵਾਲਾ ਕਤਲकांड ਦੇ ਵਿੱਚ ਸ਼ੁੱਕਰਵਾਰ ਨੂੰ ਫਤਿਆਬਾਦ ਦੇ ਪੈਟਰੋਲ ਪੰਪ ਤੋਂ ਇੱਕ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ਦੇ ਵਿੱਚ ਬਲੈਰੋ ਗੱਡੀ 'ਚ ਸਵਾਰ 2 ਸ਼ੱਕੀ ਕਾਤਲ ਦਿਖਾਈ ਦਿੱਤੇ ਸਨ ਤੇ ਹੁਣ ਉਹਨਾਂ ਸ਼ੱਕੀਆਂ ਦੀ ਪਛਾਣ ਹੋ ਚੁੱਕੀ ਹੈ, ਜੋ ਕਿ ਦੋਵੇਂ ਸ਼ਾਰਪ ਸ਼ੂਟਰ ਨੇ ਤੇ ਦੋਵੇਂ ਸੋਨੀਪਤ ਦੇ ਰਹਿਣ ਵਾਲੇ ਨੇ। ਇੱਕ ਪ੍ਰਿਯਵਰਤ ਫੌਜੀ ਤੇ ਦੂਜੇ ਦਾ ਨਾਮ ਅੰਕਿਤ ਸਿਰਸਾ ਜਾਟੀ ਹੈ। ਇਹਨਾਂ ਦੇ ਵਿੱਚੋਂ ਪ੍ਰਿਯਵਰਤ ਫੌਜੀ ਤੇ 2 ਮਰਡਰ ਸਣੇ ਦਰਜਨ ਤੋਂ ਵੱਧ ਮਾਮਲੇ ਦਰਜ ਨੇ ਤੇ ਰਾਮਕਰਨ ਗੈਂਗ ਦਾ ਇਹ ਸ਼ਾਰਪ ਸ਼ੂਟਰ ਰਿਹਾ ਹੈ ਤੇ ਇਹ ਗੈਂਗਸਟਰ ਬਿੱਟੂ ਬਰੋਣਾ ਦੇ ਕਤਲ ਦੇ ਵਿੱਚ ਵੀ ਸ਼ਾਮਲ ਸੀ। ਉਧਰ ਅੰਕਿਤ ਸਿਰਸਾ ਦਾ ਸੋਨੀਪਤ ਪੁਲਿਸ ਦੇ ਕੋਲ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਹੁਣ ਤੱਕ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਾਂ ਸਾਹਮਣੇ ਆ ਚੁੱਕੀਆਂ ਨੇ, ਪਰ ਇਸ ਕਤਲ ਦੇ ਸ਼ਾਰਪ ਸ਼ੂਟਰ ਪੁਲਿਸ ਦੀ ਗਿਰਫਤ ਦੇ ਵਿੱਚੋਂ ਬਾਹਰ ਨੇ। ਤਾਂ 2 ਸ਼ੱਕੀ ਦਾ ਜ਼ਿਕਰ ਕੀਤਾ ਜਾ ਰਿਹਾ, ਪਰ ਸਵਾਲ ਇਹ ਹੈ ਕਿ ਪੁਲਿਸ ਕਦੋਂ ਦੱਸੇਗੀ ਜਾਂ ਕਦੋਂ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੇ ਸਿੱਧੂ ਤੇ ਹਮਲਾ ਕੀਤਾ, ਕਿਹੜੇ ਹਥਿਆਰਾਂ ਨਾਲ ਕੀਤਾ ਤੇ ਕੌਣ-ਕੌਣ ਸੀ ਜਿਨ੍ਹਾਂ ਨੇ ਗੋਲੀਆਂ ਵਰਾਈਆਂ। ਉਦੋਂ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਨੂੰ ਡਰ ਸਤਾ ਰਿਹਾ ਹੈ, ਡਰ ਖੁਦ ਦੇ ਐਨਕਾਊਂਟਰ ਦਾ।
ਪਹਿਲਾਂ ਲਾਰੈਂਸ ਬਿਸ਼ਨੋਈ ਦਾ ਡਰ ਤੇ ਹੁਣ ਜੱਗੂ ਭਗਵਾਨਪੁਰੀਆ ਦਾ ਡਰ। ਦੋਵੇਂ ਜੇਲ੍ਹ ਦੇ ਵਿੱਚ ਨੇ ਤੇ ਦੋਵਾਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਹੈ। ਨਿਊਜ਼ 18 ਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੀ ਮਾਂ ਨੇ ਦੱਸਿਆ ਕਿ ਜੱਗੂ ਦੀ ਜਾਨ ਨੂੰ ਖਤਰਾ ਹੈ ਤੇ ਪੁਲਿਸ ਉਸ ਨੂੰ ਕਦੇ ਵੀ ਮਾਰ ਸਕਦੀ ਹੈ। ਮੈਂ ਹਾਈ ਕੋਰਟ ਪਟੀਸ਼ਨ ਅੱਗੇ ਵੀ ਪਾਈ ਤੇ ਹੁਣ ਵੀ ਪਾਈ ਜੀ। ਉਹਦੇ ਚ ਮੰਗ ਕੀਤੀ, ਗੱਡੀ ਮੰਗੀ, ਬੈਲਟ ਪ੍ਰੂਫ ਤੇ ਜੈਕਟ ਤੇ ਵੱਧ ਤੋਂ ਵੱਧ ਮਤਲਬ ਸਿਕਿਉਰਿਟੀ ਨਾਲ ਹੋਵੇ ਜਦੋਂ ਉਹਨੂੰ ਪੇਸ਼ੀ ਤੇ ਲੈ ਕੇ ਜਾਣਾ, ਕਿਉਂਕਿ ਸਾਨੂੰ ਖਤਰਾ। ਸਿਆਸੀ ਗਲਿਆਰਨ ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਦਾ ਨਾਮ ਖੂਬ ਗਰਮਾਉਂਦਾ ਰਹਿੰਦਾ ਹੈ ਤੇ ਹੁਣ ਭਗਵਾਨਪੁਰੀਆ ਦੀ ਮਾਂ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਬੇਟੇ ਨੂੰ ਕੁਝ ਸਿਆਸਤਦਾਨਾਂ ਨੇ ਪਹਿਲਾਂ ਵਰਤਿਆ ਤੇ ਫਿਰ ਉਸ ਨੂੰ ਗੈਂਗਸਟਰ ਦਾ ਨਾਮ ਦੇ ਦਿੱਤਾ ਤੇ ਗੈਂਗਸਟਰ ਬਣਾਇਆ। ਤੁਹਾਨੂੰ ਪਤਾ ਹਾਲਾਤਾਂ ਨੇ ਪੜਾਇਆ ਲਿਖਾਇਆ ਸੀ ਕਿ ਜਿੱਦਾਂ ਮੇਰਾ ਦੂਜਾ ਬੇਟਾ ਫੌਰਨ ਗਿਆ ਵੀ ਜਾਏ, ਪਰ ਮੇਰੇ ਬੱਚੇ ਤੇ ਹਾਲਾਤ ਹੀ ਇਹੋ ਜਿਹੇ ਬਣਾਤੇ ਕਿ ਉਹਨੂੰ ਗੈਂਗਸਟਰਾਂ ਦਾ ਅਹੁਦਾ ਦੇਤਾ। ਪੋਲੀਟੀਕਲ ਬੰਦਿਆਂ ਨੇ ਵਰਤਿਆ ਤੇ ਬਾਅਦ ਉਹਨੂੰ ਗੈਂਗਸਟਰ ਬਣਾਤਾ। ਜੱਗੂ ਭਗਵਾਨਪੁਰੀਆ ਦੇ ਨਾਮ ਤੇ ਸਿਆਸੀ ਇਲਜ਼ਾਮਬਾਜ਼ੀਆਂ ਵੀ ਬਹੁਤ ਹੋਈਆਂ ਤੇ ਸਿੱਧੂ ਦੇ ਕਤਲ ਤੋਂ ਬਾਅਦ ਜੱਗੂ ਦੀ ਮਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਬੁਲੇਟ ਪ੍ਰੂਫ ਗੱਡੀ ਦੀ ਵੀ ਮੰਗ ਕੀਤੀ ਹੈ। ਉਧਰ ਮਾਨਸਾ ਦੇ ਭਿੱਖੀ ਥਾਣੇ ਦੇ ਵਿੱਚ ਇੱਕ ASI ਦੇ ਬੇਟੇ ਨੇ ਖੁਦ ਨੂੰ ਅੱਗ ਲਗਾ ਲਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਅੱਗ ਤੇ ਇਸ ਅੱਗ ਦੇ ਵਿੱਚ ਪੂਰੀ ਤਰ੍ਹਾਂ ਝੁਲਸਿਆ ਨੌਜਵਾਨ। ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਨੇ ਕਿਉਂਕਿ ਇਹ ਤਸਵੀਰਾਂ ਮਾਨਸਾ ਦੇ ਭਿੱਖੀ ਥਾਣੇ ਦੀਆਂ ਨੇ ਤੇ ਅੱਗ ਲਗਾਉਣ ਵਾਲਾ ਨੌਜਵਾਨ ASI ਦਾ ਬੇਟਾ ਹੈ ਜਿਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਮਨਪ੍ਰੀਤ ਨਾਮ ਦੇ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। ਮਾਮਲਾ ਮਨਪ੍ਰੀਤ ਦੇ ਵਿਆਹ ਨੂੰ ਲੈ ਕੇ ਝਗੜੇ ਦਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਮ੍ਰਿਤਕ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਤਾਂ ਮੌਤ ਦੀ ਵਜ੍ਹਾ ਅੱਜ ਤੱਕ ਸਪਸ਼ਟ ਨਹੀਂ ਹੈ ਪਰ ਘਰੇਲੂ ਕਲੇਸ਼ ਜ਼ਰੂਰ ਕਿਹਾ ਜਾ ਰਿਹਾ ਹੈ। ਅੱਗੇ ਵਧਦੇ ਹਾਂ ਤੇ ਸਵਾਲ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਨੂੰ ਠੱਪ ਕਰਨ ਦੀ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ। ਇਹ ਸਵਾਲ ਇਸ ਕਰਕੇ ਕਿਉਂਕਿ ਰਾਜਪੁਰਾ ਥਰਮਲ ਪਲਾਂਟ ਨੂੰ ਜਾਣ ਵਾਲੀ ਰੇਲਵੇ ਲਾਈਨ ਦੇ ਉੱਤੇ ਚੋਰਾਂ ਨੇ ਹੱਥ ਸਾਫ਼ ਕੀਤਾ। ਚੋਰਾਂ ਨੇ ਰੇਲਵੇ ਲਾਈਨ ਦੇ ਨੇੜੇ 800 ਤੋਂ ਵੱਧ ਲੋਕ ਚੋਰੀ ਕਰ ਲਏ, ਜਿਸ ਦੇ ਨਾਲ ਥਰਮਲ ਪਲਾਂਟ ਨੂੰ ਜਾਂਦੇ ਕੋਲੇ ਦੀ ਸਪਲਾਈ ਠੱਪ ਹੋ ਗਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਟੜੀ ਦਾ ਜਾਇਜ਼ਾ ਲਿਆ ਤੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਗੱਲ ਕਹੀ। ਹਾਂਜੀ, ਇਹ ਇੱਕ ਪ੍ਰਾਈਵੇਟ ਲਾਈਨ ਹੈ ਜਿਹੜੀ ਕਿ ਥਰਮਲ ਪਾਵਰ ਪਲਾਂਟ ਨੂੰ ਜਾਂਦੀ ਹੈ। ਇਹਦੇ ਵਿੱਚ ਕੁਝ ਕਲਿੱਪਾਂ ਅੱਜ ਜਿਹੜੀ ਹੈਗੀ ਉਹ ਕੁਝ ਥਾਂ ਛੱਡ ਕੇ ਕਲਿੱਪਾਂ ਚੋਰੀ ਕਰਨ ਦੀ ਸਾਨੂੰ ਸਵੇਰੇ ਰਿਪੋਰਟ ਹੋਈ ਸੀਗੀ ਤੇ ਜਿਹੜੇ ਇਹ ਚੋਰੀ ਵਾਲੇ ਪੈਟਰਨ ਹੈਗਾ, ਇਸ ਪੈਟਰਨ ਨੂੰ ਅਸੀਂ ਦੇਖ ਰਹੇ ਹਾਂ। ਇਹਦੇ ਵਿੱਚ FIR ਦਰਜ ਕਰਕੇ ਤੇ ਛੇਤੀ ਤੋਂ ਛੇਤੀ ਜਿਹੜੇ ਚੋਰ ਹੈਗੇ ਉਹ ਫੜੇ ਜਾਣ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਪਟੜੀ ਦੇ ਲੋਕ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ, ਜਿਸ ਖਿਲਾਫ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੂੰ ਪੰਜਾਬ 'ਚ ਬਿਜਲੀ ਸਪਲਾਈ ਠੱਪ ਕਰਨ ਦੀ ਸਾਜ਼ਿਸ਼ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਜੇ ਕੋਲਾ ਨਹੀਂ ਪਹੁੰਚੇਗਾ ਥਰਮਲ ਪਲਾਂਟ ਤੱਕ ਤਾਂ ਫਿਰ ਉੱਥੇ ਬਿਜਲੀ ਦੀ ਪ੍ਰੋਡਕਸ਼ਨ ਕਿਵੇਂ ਹੋਵੇਗੀ। ਪ੍ਰੋਡਕਸ਼ਨ ਨਹੀਂ ਹੋਏਗੀ ਤਾਂ ਕੱਟ ਲੱਗਣਗੇ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨਾ ਲਗਾਇਆ ਜਾਣਾ ਤਾਂ ਉਸ ਸਮੇਂ ਬਿਜਲੀ ਦੀ ਡਿਮਾਂਡ ਪੂਰੇ ਪੀਕ ਦੇ ਉੱਤੇ ਹੋਏਗੀ। ਖੈਰ, ਜਦੋਂ ਚੋਰਾਂ ਦੇ ਵੱਲੋਂ ਅਜਿਹੀ ਕੋਈ ਘਟਨਾ ਕੀਤੀ ਜਾਵੇ ਜਿਸ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਅਸਰ ਪੈ ਸਕਦਾ ਹੈ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਬਣੇ ਬੈਂਕ ਦੇ ਵਿੱਚ ਚੋਰਾਂ ਨੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਾਰੀ ਘਟਨਾ ਹੋ ਗਈ CCTV ਦੇ ਵਿੱਚ ਕੈਦ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ AC ਥੱਲੇ ਬਣੀ ਗ੍ਰਿਲ ਤੋੜ ਕੇ ਅੰਦਰ ਵੜਦਾ ਤੇ ਭੰਨ ਤੋੜ ਕਰਨੀ ਸ਼ੁਰੂ ਕਰਦਾ ਹੈ ਤੇ ਫਿਰ ਚੋਰ ਖਿੜਕੀ ਦੇ ਵੱਲ ਜਾਂਦਾ ਹੈ ਤੇ ਲੋਹੇ ਦੀ ਰੋਡ ਲੈ ਕੇ ਆਉਂਦਾ ਹੈ, ਪਰ ਉਸ ਤੋਂ ਕੈਸ਼ ਅਤੇ 골ਡ ਵਾਲਾ ਲੋਕਰ ਨਹੀਂ ਟੁੱਟਦਾ। ਵੀ ਕੀ ਆਪਣੇ ਨਾ ਬਾਹਰਲਾ ਜਿਹੜਾ ਕੰਧ ਦੇ ਨਾਲ ਜੰਗਲਾ ਲੱਗਿਆ ਹੋਇਆ ਜਾਲ ਹੈ, ਇਹ ਟੁੱਟਿਆ ਹੈ ਤੇ ਮੈਂ ਤੁਰੰਤ ਉਸੇ ਟਾਈਮ ਹੀ ਇੱਥੇ ਹਾਜ਼ਰ ਹੋ ਗਿਆ। 3-4 ਮਿੰਟਾਂ ਦੇ ਵਿੱਚ ਅਸੀਂ ਆ ਕੇ ਦੇਖਿਆ। ਉਧਰ ਪੁਲਿਸ ਨੇ CCTV ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਰਾਤੀ ਚੋਰ ਦੇ ਵੱਲੋਂ ਬ੍ਰੇਕ ਕਰਕੇ ਬੈਂਕ ਦੇ ਅੰਦਰ ਤੇ ਕੋਸ਼ਿਸ਼ ਕੀਤੀ ਗਈ ਸੀਗੀ ਚੋਰੀ ਦੀ, ਬਟ ਉਹਦੇ ਹੱਥ ਨਹੀਂ ਕੋਈ ਵੈਲਿਊਏਬਲ ਚੀਜ਼ ਲੱਗ ਸਕੀ। ਹਾਂਜੀ, CCTV ਫੁਟੇਜ ਸਾਨੂੰ ਮਿਲੀ ਹੈ, ਹੋਰ ਬਾਕੀ ਆਸੇ-ਪਾਸੇ ਏਰੀਏ ਦੇ ਵੀ ਫਰੋਲ ਰਹੇ ਆ। ਹੁਣ ਖਬਰ ਪਾਣੀਪਤ ਤੋਂ। ਪਾਣੀਪਤ ਵਿੱਚ ਏਡਜ਼ ਦੇ ਮਾਮਲੇ ਵਧਦੇ ਜਾ ਰਹੇ ਨੇ। 15 ਮਹੀਨਿਆਂ ਦੇ ਵਿੱਚ 250 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਨੇ। ਅੰਕੜਿਆਂ ਮੁਤਾਬਕ ਜ਼ਿਲ੍ਹੇ 'ਚ ਜਨਵਰੀ 2021 ਤੋਂ ਮਈ 2022 ਤੱਕ 263 ਨਵੇਂ ਮਰੀਜ਼ ਮਿਲੇ ਨੇ, ਜਿਨ੍ਹਾਂ 'ਚ 193 ਮਰਦ, 63 ਮਹਿਲਾਵਾਂ ਅਤੇ 3 ਟਰਾਂਸਜੈਂਡਰ ਸ਼ਾਮਲ ਨੇ ਅਤੇ ਇਹ ਗਿਣਤੀ ਵੱਧਦੀ ਜਾ ਰਹੀ ਹੈ।
ਸਿਹਤ ਵਿਭਾਗ ਨੇ 17 ਮਹੀਨੇ ਦੇ ਵਿੱਚ 14,385 ਲੋਕਾਂ ਦੇ ਟੈਸਟ ਕੀਤੇ ਸਨ, ਜਿਸ ਨਾਲ ਜ਼ਿਲ੍ਹੇ ਦੇ ਵਿੱਚ ਰੋਗੀਆਂ ਦੀ ਕੁੱਲ ਗਿਣਤੀ 1462 ਹੋ ਗਈ, ਜਿਨ੍ਹਾਂ 'ਚ 781 ਮਰਦ, 530 ਮਹਿਲਾਵਾਂ ਅਤੇ 99 ਬੱਚਿਆਂ ਸਣੇ 9 ਟਰਾਂਸਜੈਂਡਰ ਵੀ ਸ਼ਾਮਲ ਨੇ। ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ 20 ਗਰਭਵਤੀ ਔਰਤਾਂ ਵੀ ਏਡਜ਼ ਦੀ ਬਿਮਾਰੀ ਤੋਂ ਪੀੜਤ ਨੇ। ਸਿਵਲ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਹੁਣ ਉਹ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਟੈਸਟ ਕਰਨ ਦੀ ਤਿਆਰੀ ਵਿੱਚ ਨੇ, ਜਿਸ ਨਾਲ ਅੰਕੜੇ ਹੋਰ ਵਧਣ ਦਾ ਖਦਸ਼ਾ ਹੈ। ਲਗਾਤਾਰ HIV ਦੇ ਵਾਧੇ ਮਾਮਲੇ ਜ਼ਰੂਰ ਪਰੇਸ਼ਾਨ ਕਰ ਰਹੇ ਨੇ ਕਿ ਆਖਿਰ ਇੰਨੇ ਕੇਸ ਕਿਉਂ ਵਧ ਰਹੇ ਨੇ, ਇਸ ਦੇ ਪਿੱਛੇ ਵਜ੍ਹਾ ਕੀ ਹੈ। ਏਡਜ਼ ਦੇ ਮਾਮਲੇ ਵਧਣ ਦੇ ਪਿੱਛੇ ਇੱਕ ਵਜ੍ਹਾ ਨਸ਼ੇ ਨੂੰ ਵੀ ਕਿਹਾ ਜਾਂਦਾ ਹੈ ਕਿ ਨਸ਼ੇ ਜਿਹੜੇ ਨਸ਼ੇੜੀ ਹੁੰਦੇ ਨੇ ਇੱਕੋ ਸਰਿੰਜਾਂ ਦਾ ਇਸਤੇਮਾਲ ਕਰਦੇ ਨੇ, ਇਸ ਕਰਕੇ ਅਜਿਹੀ ਘਟਨਾ ਹੁੰਦੀ ਹੈ ਜਾਂ ਫਿਰ ਉਹ ਏਡਜ਼ ਦੇ ਨਾਲ ਪੀੜਤ ਹੁੰਦੇ ਨੇ। ਪਰ ਜਦੋਂ ਇਸ ਰਫ਼ਤਾਰ ਦੇ ਨਾਲ HIV ਦੇ ਕੇਸ ਸਾਹਮਣੇ ਆਉਣ ਤੇ ਵਧਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਪਠਾਨਕੋਟ ਦੇ ਪਿੰਡ ਦਰੰਗਖੜ ਦੇ ਵਿੱਚ ਸਿਹਤ ਸੁਵਿਧਾ ਨਾ ਹੋਣ ਕਾਰਨ ਲੋਕ ਪਰੇਸ਼ਾਨ ਨੇ ਤੇ ਸਰਕਾਰ ਤੋਂ ਸਿਹਤ ਸਹੂਲਤਾਂ ਦੀ ਮੰਗ ਕਰ ਰਹੇ ਨੇ। ਜੰਗਲ ਵਰਗਾ ਮਾਹੌਲ, ਘਾਹ ਹੀ ਘਾਹ ਤੇ ਇਸ ਦੇ ਵਿੱਚ ਟੁੱਟੀ ਜਿਹੀ ਇਮਾਰਤ ਹੈ ਜਿੱਥੇ ਜਾਣ ਨੂੰ ਵੀ ਡਰ ਲੱਗਦਾ ਹੈ। ਪਰ ਇਹ ਕੋਈ ਜੰਗਲ ਦੀ ਤਸਵੀਰ ਨਹੀਂ, ਸਗੋਂ ਪਠਾਨਕੋਟ ਦੇ ਦਰੰਗਖੜ ਦੀ ਆਯੁਰਵੈਦਿਕ ਡਿਸਪੈਂਸਰੀ ਹੈ, ਜੋ ਸਿਰਫ ਨਾਮ ਦੀ ਹੀ ਡਿਸਪੈਂਸਰੀ ਹੈ, ਜੋ ਦੁਪਹਿਰ 2 ਵਜੇ ਤੱਕ ਤਾਂ ਖੁੱਲਦੀ ਹੈ ਪਰ ਸੁਵਿਧਾ ਨਾ ਮਾਤਰ। ਆਯੁਰਵੈਦਿਕ ਡਿਸਪੈਂਸਰੀ ਹੈ, ਕੋਈ ਡਿਲੀਵਰੀ ਕੇਸ ਜਾਂ ਕੋਈ ਸੱਟ ਚੋਟ ਲੱਗ ਜਾਂਦੀ ਹੈ, ਪਹਾੜੀ ਏਰੀਆ ਹੈਗਾ, ਐਕਸੀਡੈਂਟਲੀ ਕੁਝ ਵੀ ਹੋ ਸਕਦਾ ਤੇ ਸਾਨੂੰ ਇੱਥੋਂ ਪਠਾਨਕੋਟ ਹੀ ਜਾਣਾ ਪੈਂਦਾ। ਡਿਸਪੈਂਸਰੀ ਦੇ ਬਾਹਰ ਦਾ ਹਾਲ ਤਾਂ ਦੇਖ ਲਿਆ, ਡਿਸਪੈਂਸਰੀ ਦਾ ਅੰਦਰਲਾ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਕੁਰਸੀਆਂ ਵੀ ਟੁੱਟੀਆਂ ਨੇ, ਸਟ੍ਰਕਚਰ ਦੀ ਥਾਂ ਤੇ ਮੰਜਾ ਪਿਆ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇ ਐਮਰਜੈਂਸੀ ਪੈ ਜਾਵੇ ਤਾਂ ਕੋਈ ਐਂਬੂਲੈਂਸ ਨਹੀਂ ਹੈ। ਐਂਬੂਲੈਂਸ ਦੀ ਕੋਈ ਸੁਵਿਧਾ ਨਹੀਂ ਹੈ ਇੱਥੇ। ਜਿਸ ਤਰ੍ਹਾਂ ਸਾਨੂੰ ਫੋਨ ਕਰਕੇ ਕਿਤੋਂ ਵਧਾਣੀਆਂ ਮੰਗਾਉਣਾ ਪੈ ਜੇ, ਉੱਥੋਂ ਘੰਟਾ ਡੇਢ ਘੰਟਾ ਲੱਗ ਜਾਂਦਾ ਕਿ ਵੀ ਉਹ ਐਂਬੂਲੈਂਸ ਤੇ ਕੋਈ ਹੁੰਦੀ ਹੈ, ਅੱਗੇ ਪਿੱਛੇ ਵੀ ਗਈ ਹੁੰਦੀ ਹੈ। ਇਸ ਬਾਰੇ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਮੰਨਿਆ ਕਿ ਸਿਹਤ ਸੁਵਿਧਾਵਾਂ ਦੇ ਵਿੱਚ ਕਮੀ ਤਾਂ ਜ਼ਰੂਰ ਹੈ। ਜੇ ਉੱਥੇ ਕੋਈ ਬਿਲਡਿੰਗ ਹੈਗੀ ਹੈ ਤੇ ਮੈਂ ਪਤਾ ਕਰਵਾਉਣੀ ਹੈ, ਮੈਂ ਅੱਜ ਹੀ ਭੇਜੀ ਆਪਣੀ ਟੀਮ ਤੇ ਫਿਰ ਅਸੀਂ ਉਹਨੂੰ ਐਜ਼ ਮੁਹੱਲਾ ਕਲੀਨਿਕ, ਸਾਡੇ ਸਰਕਾਰ ਹੁਣ ਨਵੇਂ ਮੁਹੱਲਾ ਕਲੀਨਿਕਸ ਬਣਾ ਰਹੀ ਹੈ। ਡਿਸਪੈਂਸਰੀ ਹੈ ਕਿ ਨਹੀਂ ਹੈ ਇਹ ਵੀ ਡਿਸਾਈਡ ਕਰਨਾ ਔਖਾ ਹੋ ਰਿਹਾ ਹੈ। ਜੇਕਰ ਉੱਥੇ ਕੋਈ ਸਹੂਲਤ ਹੀ ਨਹੀਂ ਹੈ ਤਾਂ ਫਿਰ ਇਸ ਨੂੰ ਕਿਹਾ ਜਾਵੇ ਕਿ ਡਿਸਪੈਂਸਰੀ ਨਹੀਂ ਹੈ। ਜੇ ਸਹੂਲਤਾਂ ਨਹੀਂ ਤਾਂ ਡਿਸਪੈਂਸਰੀ ਕੀ ਇੱਕ ਸਿਰਫ ਇਮਾਰਤ ਹੈ। ਖੈਰ, ਜਦੋਂ ਸਿਹਤ ਸਹੂਲਤਾਂ, ਮੁੱਢਲੀਆਂ ਸਹੂਲਤਾਂ ਦੇ ਵਿੱਚੋਂ ਸ਼ਾਮਲ ਹੈ, ਉਹ ਵੀ ਲੋਕਾਂ ਨੂੰ ਨਾ ਮਿਲੇ, ਫਿਰ ਫਰਕ ਤਾਂ ਪੈਂਦਾ ਹੈ। ਫਿਲਹਾਲ ਵੇਲਾ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ।